ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਗੱਲ ਹਰਸਿਮਰਤ ਕੌਰ ਬਾਦਲ ਦੀ, ਸਾਬਕਾ ਕੇਂਦਰੀ ਮੰਤਰੀ ਦੀ। ਬੀਜੇਪੀ ਦੇ ਭਾਈਵਾਲ ਸੀ ਪਰ ਹੁਣ ਗੜਜੋੜ ਟੁੱਟ ਚੁੱਕਿਆ ਤੇ ਇਸ ਵਿਚਾਲੇ ਹੁਣ ਪ੍ਰਧਾਨ ਮੰਤਰੀ ਦੇ ਉੱਤੇ ਸਿੱਧਾ ਤਿੱਖਾ ਹਮਲਾ ਬੋਲਦੇ ਹੋਏ ਨਜ਼ਰ ਆ ਰਹੇ ਨੇ ਹਰਸਿਮਰਤ ਕੌਰ ਬਾਦਲ ਤੇ ਸਵਾਲ ਪੁੱਛ ਰਹੇ ਨੇ ਕਿ 2011 ਤੋਂ 2020 ਦੇ ਵਿੱਚ ਬਦਲ ਕੀ ਗਿਆ। ਹਰਸਿਮਰਤ ਕੌਰ ਬਾਦਲ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਜਦੋਂ ਮੁੱਖ ਮੰਤਰੀ ਸਨ ਨਰਿੰਦਰ ਮੋਦੀ, ਗੁਜਰਾਤ ਦੇ ਮੁੱਖ ਮੰਤਰੀ ਸੀ, ਜਦੋਂ ਮੁੱਖ ਮੰਤਰੀ ਸੀ ਤਾਂ ਉਹਨਾਂ ਦੇ ਵੱਲੋਂ ਐਮਐਸਪੀ ਦੀ ਵਕਾਲਤ ਕੀਤੀ ਜਾਂਦੀ ਸੀ। ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਸਨ ਤਾਂ ਉਹਨਾਂ ਨੂੰ ਚਿੱਠੀ ਵੀ ਲਿਖੀ ਗਈ ਸੀ, ਤਾਂ ਹੁਣ ਖੁਦ ਪ੍ਰਧਾਨ ਮੰਤਰੀ ਬਣੇ ਦੇ ਉੱਤੇ ਕਿਉਂ ਸਭ ਕੁਝ ਚੇਂਜ ਹੋ ਗਿਆ। ਹਰਸਿਮਰਤ ਕੌਰ ਬਾਦਲ ਨੇ ਪ੍ਰਧਾਨ ਮੰਤਰੀ ਮੋਦੀ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਨੇ ਕਿਹਾ ਕਿ ਨਰਿੰਦਰ ਮੋਦੀ ਖੁਦ ਐਮਐਸਪੀ ਦੀ ਵਕਾਲਤ ਕਰਦੇ ਸੀ। 2011 ਦੇ ਵਿੱਚ ਬਤੌਰ ਸੀਐਮ ਖੁਦ ਕੇਂਦਰ ਨੂੰ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਗਈ ਸੀ, ਐਮਐਸਪੀ ਨੂੰ ਲਾਜ਼ਮੀ ਕਰਨ ਦੀ ਵਕਾਲਤ ਕੀਤੀ ਗਈ ਸੀ। ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਿਫਾਰਿਸ਼ ਕੀਤੀ ਗਈ ਸੀ। ਪ੍ਰਧਾਨ ਮੰਤਰੀ ਬਣਨ ਤੇ ਹੁਣ ਕਿਉਂ ਮੋਦੀ ਸਾਹਿਬ ਦੇ ਸੁਰ ਬਦਲ ਗਏ। ਹਰਸਿਮਰਤ ਕੌਰ ਬਾਦਲ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਤਿੱਖਾ ਹਮਲਾ ਇੱਕ ਤੋਂ ਬਾਅਦ ਇੱਕ ਲਗਾਤਾਰ ਅਕਾਲੀ ਦਲ ਦੇ ਆਗੂ, ਟਾਪ ਲੀਡਰਸ਼ਿਪ ਇਸ ਸਮੇਂ ਅਕਾਲੀ ਦਲ ਦੀ ਬੀਜੇਪੀ ਦੀ ਟਾਪ ਲੀਡਰਸ਼ਿਪ ਦੇ ਉੱਤੇ ਤਿੱਖੇ ਵਾਰ ਕਰ ਰਹੀ ਹੈ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਬਹੁਤ ਖੁੱਲ੍ਹ ਕੇ ਬੋਲ ਚੁੱਕੇ ਨੇ ਕਿ ਐਨਡੀਏ ਵਾਲੇ ਸੁਣਦੇ ਕਿਸੇ ਦੀ ਨਹੀਂ, ਐਨਡੀਏ ਦੇ ਵਿੱਚ ਕਿਸੇ ਆਪਣੇ ਨਾਲ ਦੀ ਸਹਿਯੋਗੀ ਪਾਰਟੀ ਦੇ ਨਾਲ ਗੱਲ ਨਹੀਂ ਹੁੰਦੀ। 370 ਦੇ ਬਾਰੇ ਨਹੀਂ ਪੁੱਛਿਆ ਸਾਨੂੰ ਨੋਟਬੰਦੀ ਬਾਰੇ ਨਹੀਂ ਪੁੱਛਿਆ, ਹੋਰ ਜਿਹੜੇ ਅਹਿਮ ਮਸਲੇ ਸੀ ਉਸ ਸਮੇਂ ਅਕਾਲੀ ਦਲ ਦੀ ਜਾਂ ਹੋਰ ਜਿਹੜੀਆਂ ਸਹਿਯੋਗੀ ਪਾਰਟੀਆਂ ਨੇ ਉਹਨਾਂ ਦੀ ਰਾਏ ਨਹੀਂ ਲਈ ਗਈ। ਤੇ ਇਸ ਸਮੇਂ ਹਰਸਿਮਰਤ ਕੌਰ ਬਾਦਲ ਤਿੱਖਾ ਹਮਲਾ ਕਰ ਰਹੇ ਨੇ ਪ੍ਰਧਾਨ ਮੰਤਰੀ ਦੇ ਉੱਤੇ ਤੇ ਕਹਿ ਰਹੇ ਨੇ ਕਿ ਇਹ ਤਾਂ ਖੁਦ ਵਕਾਲਤ ਕਰਦੇ ਸੀ ਐਮਐਸਪੀ ਦੀ, ਕਹਿੰਦੇ ਸੀ ਕਾਨੂੰਨ ਦੇ ਵਿੱਚ ਸ਼ਾਮਲ ਕਰ ਲਓ, ਤਾਂ ਹੁਣ ਉਹਨਾਂ ਦੇ ਸੁਰ ਕਿਉਂ ਬਦਲ ਗਏ ਨੇ ਬਤੌਰ ਪ੍ਰਧਾਨ ਮੰਤਰੀ। ਕੀ ਕੁਝ ਕਿਹਾ ਹੈ ਹਰਸਿਮਰਤ ਕੌਰ ਬਾਦਲ ਨੇ, ਉਹ ਸੁਣਵਾਉਂਦੇ ਹਾਂ। ਮੋਦੀ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਗੁਜਰਾਤ ਦੇ, ਦਿੱਲੀ ਵਿੱਚ ਸਰਕਾਰ ਹੁੰਦੀ ਸੀ ਸਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਦੀ, ਤੇ ਮੋਦੀ ਸਾਹਿਬ ਨੂੰ 2011 ਵਿੱਚ ਚੇਅਰਮੈਨ ਵਰਕਿੰਗ ਗਰੁੱਪ ਇੱਕ ਚੇਅਰਮੈਨ ਬਣਾਇਆ ਸੀ ਮੁੱਖ ਮੰਤਰੀ ਵਾਲੇ। ਇੱਥੇ ਬਾਦਲ ਸਾਹਿਬ ਨਾਲ ਵੀ ਕਈ ਵਾਰੀ ਮੁਲਾਕਾਤ ਚਰਚਾ ਕਰਦੇ ਰਹਿੰਦੇ ਨੇ। ਬਤੌਰ ਚੇਅਰਮੈਨ ਦਾ ਉਹਨਾਂ ਨੇ ਮਨਮੋਹਨ ਸਿੰਘ ਨੂੰ ਇਸ ਕੰਜ਼ਿਊਮਰ ਅਫੇਅਰ ਦੇ ਵਰਕਿੰਗ ਗਰੁੱਪ ਦਾ ਚੇਅਰਮੈਨ ਹੋਣ ਦੇ ਨਾਤੇ ਸਲਾਹ ਦਿੱਤੀ ਤੇ ਸਲਾਹ 'ਚ ਕੀ ਲਿਖਿਆ, ਇਨਫੋਰਸ ਐਮਐਸਪੀ ਮਤਲਬ ਐਮਐਸਪੀ ਨੂੰ ਲਾਜ਼ਮੀ ਕੀਤਾ ਜਾਏ, ਬਲਕਿ ਇਹਦੇ ਵਿੱਚ ਇੱਕ ਕਾਨੂੰਨ ਬਣਾਇਆ ਜਾਏ ਕਿ ਕਿਸੇ ਕਿਸਾਨ ਨੂੰ ਐਮਐਸਪੀ ਤੋਂ ਘੱਟ ਵਿੱਚ ਖਰੀਦ ਨਹੀਂ ਹੋਗੀ। ਇਹ ਮੋਦੀ ਸਾਹਿਬ ਨੇ 2011 ਵਿੱਚ, ਤੇ ਮੋਦੀ ਸਾਹਿਬ ਤੁਸੀਂ ਆਪ ਇਹਦੀ ਵਕਾਲਤ ਕਰਦੇ ਸੀਗੇ, ਲੇਕਿਨ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣਦੇ ਉਸ ਰਸਤੇ 'ਚ ਕੀ ਹੋ ਗਿਆ ਕਿ ਅੱਜ ਅਕਾਲੀ ਦਲ ਮੰਗ ਕਰ ਰਿਹਾ ਹੈ ਤੇ ਤੁਸੀਂ ਸਾਡੇ ਕਿਸਾਨਾਂ ਨੂੰ ਵੀ ਕੁਰਬਾਨ ਕਰਤਾ, ਆਪ ਦੀ ਭਾਈਵਾਲੀ ਨੇ ਵੀ ਨਹੀਂ ਸੁਣੀ, ਮੰਤਰੀ ਦੀ ਵੀ ਨਹੀਂ ਸੁਣੀ, 18 ਪਾਰਟੀਆਂ ਦੀ ਵੀ ਨਹੀਂ ਸੁਣ ਰਹੇ। ਜਿਹੜੀ ਚੀਜ਼ ਤੁਸੀਂ ਆਪ ਕਹਿੰਦੇ ਸੀ ਹੋਣੀ ਚਾਹੀਦੀ। ਤਾਂ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇਹ ਬਿਆਨ ਦਿੱਤਾ ਜਾ ਰਿਹਾ ਹੈ। ਇਸ ਸਮੇਂ ਸਾਡੇ ਨਾਲ ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਮੌਜੂਦ ਨੇ ਫੋਨ ਲਾਈਨ ਦੇ ਉੱਤੇ। ਮਾਸਟਰ ਮੋਹਨ ਲਾਲ ਜੀ, ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਫਸਟ ਰਿਐਕਸ਼ਨ ਚਾਹਾਂਗੇ। ਐਮਐਸਪੀ ਨੂੰ ਲੈ ਕੇ ਹੀ ਅਕਾਲੀ ਦਲ ਤੁਹਾਡੇ ਉੱਤੇ ਸਵਾਲ ਖੜੇ ਕਰ ਰਿਹਾ, ਉਹ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਨੂੰ ਐਮਐਸਪੀ ਪਹਿਲਾਂ ਬਹੁਤ ਪਸੰਦ ਸੀ, ਹੁਣ ਕਿਉਂ ਐਮਐਸਪੀ ਦੇ ਖਿਲਾਫ ਹੋ ਗਏ। ਇਹ ਜਿਹੜਾ ਐਮਐਸਪੀ ਹੈ ਇਹ ਪਾਰਲੀਮੈਂਟ 'ਚ ਐਸ਼ੋਰੈਂਸ ਦਿੱਤੀ ਹੈ ਪ੍ਰਾਈਮ ਮਿਨਿਸਟਰ ਨੇ ਵੀ ਤੇ ਐਗਰੀਕਲਚਰ ਮਿਨਿਸਟਰ ਨੇ ਵੀ। ਉਹ ਮੁੱਖੇ ਥੋੜੇ ਨੇ ਕਿ ਅਸੀਂ ਨਿਊਨਤਮ ਪ੍ਰਾਈਸ ਜਿਹੜਾ ਫਸਲਾਂ ਦਾ ਨਹੀਂ ਦੇਣਾ। ਉਹਨਾਂ ਨੇ ਅੱਜ ਵੀ ਕਿਹਾ, ਪਾਰਲੀਮੈਂਟ 'ਚ ਵੀ ਕਿਹਾ, ਕ੍ਰਿਸ਼ੀ ਮੰਤਰੀ ਨੇ ਵੀ ਕਿਹਾ, ਪ੍ਰਧਾਨ ਮੰਤਰੀ ਨੇ ਵੀ ਕਿਹਾ, ਨਰਿੰਦਰ ਮੋਦੀ ਨੇ ਬਤੌਰ ਮੁੱਖ ਮੰਤਰੀ ਗੁਜਰਾਤ ਦੇ ਵੀ ਕਿਹਾ ਤੇ ਹੁਣ ਪ੍ਰਾਈਮ ਮਿਨਿਸਟਰ ਦੇ ਰੂਪ 'ਚ ਵੀ ਪਾਰਲੀਮੈਂਟ 'ਚ ਐਸ਼ੋਰੈਂਸ ਦਿੱਤੀ ਹੈ। ਪਾਰਲੀਮੈਂਟ 'ਚ ਕੋਈ ਵੀ ਗੱਲ ਕਹੀ ਹੋਏ ਪ੍ਰਾਈਮ ਮਿਨਿਸਟਰ ਦੀ, ਦੈਟ ਇਜ਼ ਦ ਲਾ, ਉਹ ਕਾਨੂੰਨ ਹੈ, ਐਕਟ ਹੈ। ਔਰ ਇਸੇ ਕਰਕੇ ਉਹਨਾਂ ਨੇ ਨਿਊਨਤਮ ਜਿਹੜਾ ਪ੍ਰਾਈਸ ਹੈ ਫਸਲਾਂ ਦਾ ਮੁੱਲ ਉਹਨੂੰ ਛੱਡਿਆ ਨਹੀਂ ਹੈ, ਉਹ ਦੇ ਰਹੇ ਨੇ, ਨਾ ਇਹ ਛੱਡਿਆ ਜਾਣਾ ਨਾ ਇਹ ਖਤਮ ਕਰਨਾ ਜੀ। ਮੇਰੀ ਬੇਨਤੀ ਸਮਝੀਏ ਨਾ ਜੀ ਤੁਸੀਂ। ਮੈਂ ਇਹ ਕਹਿ ਰਿਹਾ ਕਿ ਪਾਰਲੀਮੈਂਟ ਦੀ ਇਹ ਹਾਊਸ ਦੇ ਫਲੋਰ ਤੇ ਪ੍ਰਾਈਮ ਮਿਨਿਸਟਰ ਦੀ ਐਸ਼ੋਰੈਂਸ, ਐਗਰੀਕਲਚਰ ਮਿਨਿਸਟਰ ਦੀ ਐਸ਼ੋਰੈਂਸ, ਇਹ ਲਾ, ਇਹ ਕਾਨੂੰਨ ਹੈ, ਇਹਨੂੰ ਕੋਈ ਮਾਫ ਨਹੀਂ ਕਰ ਸਕਦਾ। ਅਗਰ ਐਸਾ ਕਰਨਗੇ ਤੇ ਬ੍ਰੀਚ ਆਫ ਪ੍ਰਿਵਿਲੇਜ ਮੋਸ਼ਨ ਜਾਏਗਾ ਉਹਨਾਂ ਦੇ ਖਿਲਾਫ। ਇਹ ਹੋ ਹੀ ਨਹੀਂ ਸਕਦਾ ਕਿ ਇਹ ਜਿਹੜਾ ਫਸਲਾਂ ਦਾ ਨਿਊਨਤਮ ਪ੍ਰਾਈਸ ਮੁੱਲ ਹੈ ਉਹ ਖਤਮ ਕੀਤਾ ਜਾਏ, ਹੋ ਹੀ ਨਹੀਂ ਸਕਦਾ। ਮਾਸਟਰ ਜੀ, ਹਰਸਿਮਰਤ ਕੌਰ ਬਾਦਲ ਕਿਉਂ ਨਹੀਂ ਸਮਝ ਰਹੇ, ਫਿਰ ਅਕਾਲੀ ਦਲ ਕਿਉਂ ਨਹੀਂ ਸਮਝ ਰਿਹਾ? ਅਕਾਲੀ ਦਲ ਤਾਂ ਤੁਹਾਡੇ ਤੋਂ ਵੱਖ ਵੀ ਹੋ ਗਿਆ। ਇਹ ਤਾਂ ਬਹੁਤ ਤਿੱਖਾ ਹਮਲਾ, ਉਹ ਕਹਿ ਰਹੇ ਕਿ 2011 ਚ ਸੀਐਮ ਸੀ, ਉਦੋਂ ਤੁਸੀਂ ਐਮਐਸਪੀ ਨੂੰ ਕਹਿੰਦੇ ਸੀ ਕਾਨੂੰਨ ਬਣਾ ਦਿਓ। ਇਹ ਨਿਊਨਤਮ ਜਿਹੜਾ ਫਸਲਾਂ ਦਾ ਮੁੱਲ ਹੈ ਉਹਨੂੰ ਖਤਮ ਨਹੀਂ ਕਰ ਸਕਦੇ।
ਨਹੀਂ ਹਰਸਿਮਰਤ ਕੌਰ ਬਾਦਲ ਫਿਰ ਇੰਨਾ ਕਿਉਂ ਤਲਖੇ ਇਸ ਸਮੇਂ ਤੁਹਾਡੇ ਖਿਲਾਫ ਹੋਏ ਨੇ, ਬੀਜੇਪੀ ਦੇ ਖਿਲਾਫ ਹੋਏ ਨੇ, ਸਿੱਧਾ ਪ੍ਰਧਾਨ ਮੰਤਰੀ ਤੱਕ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ? क्लियर नहीं आ रही। ਮਾਸਟਰ ਜੀ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਤੱਕ? ਚਲੋ ਸ਼ੁਕਰੀਆ ਸਰ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਲੱਗ ਰਿਹਾ ਕਿ ਮੇਰੀ ਆਵਾਜ਼ ਉਹਨਾਂ ਤੱਕ ਬਹੁਤ ਕਲੀਅਰ ਨਹੀਂ ਪਹੁੰਚ ਰਹੀ, ਪਰ ਉਹਨਾਂ ਨੇ ਆਪਣਾ ਪੱਖ ਰੱਖ ਦਿੱਤਾ। ਉਹ ਕਹਿ ਰਹੇ ਨੇ ਕਿ ਪਾਰਲੀਮੈਂਟ ਦੇ ਅੰਦਰ ਜੇਕਰ ਕੋਈ ਚੀਜ਼ ਬੋਲੀ ਜਾਂਦੀ ਹੈ ਤਾਂ ਉਹ ਬੜੀ ਆਥੈਂਟਿਕ ਹੁੰਦੀ ਹੈ। जी मास्टर जी मेरी आवाज आ रही है ਤੁਹਾਡੇ ਤੱਕ? हाँ थोड़ी थोड़ी आ रही है, थोड़ी आ रही है। ठीक है सर, मैं एक रिएक्शन ਤੁਹਾਡਾ ਚਾਹੂੰਗਾ। ਤੁਸੀਂ ਜਿਹੜੀਆਂ ਗੱਲਾਂ ਕਹਿ ਰਹੇ ਹੋ ਕਿ ਪਾਰਲੀਮੈਂਟ ਦੇ ਅੰਦਰ ਬੋਲਿਆ, ਪ੍ਰਿਵਿਲੇਜ ਮੋਸ਼ਨ ਲਿਆਇਆ ਜਾ ਸਕਦਾ ਹੈ, ਬਿਲਕੁਲ ਉਹ ਸਭ ਕੁਝ ਸਹੀ ਹੈ। ਹਰਸਿਮਰਤ ਕੌਰ ਬਾਦਲ ਕਿਉਂ, ਅਕਾਲੀ ਦਲ ਕਿਉਂ ਨਹੀਂ ਸਮਝ ਰਿਹਾ? ਅਕਾਲੀ ਦਲ ਤੁਹਾਡੀਆਂ ਗੱਲਾਂ ਦੇ ਨਾਲ ਕਿਉਂ ਇਤਫਾਕ ਨਹੀਂ ਰੱਖ ਰਿਹਾ? ਇੰਨੇ ਤਿੱਖੇ ਸ਼ਬਦੀ ਹਮਲੇ ਬੋਲੇ ਜਾ ਰਹੇ ਨੇ। हेलो ਲੱਗ ਰਿਹਾ ਕਿ ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ। ਸ਼ੁਕਰੀਆ ਸਰ ਸਾਡੇ ਨਾਲ, ਧੰਨਵਾਦ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਮਾਸਟਰ ਮੋਹਨ ਲਾਲ ਜੀ, ਜੋ ਅਸੀਂ ਸਵਾਲ ਕਰਨਾ ਚਾਹ ਰਹੇ ਸੀ, ਲੱਗ ਰਿਹਾ ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਪਰ ਸਵਾਲ ਤਾਂ ਜ਼ਰੂਰ ਹੈ ਕਿ ਜੇਕਰ ਇੰਨਾ ਜ਼ਿਆਦਾ ਆਸਾਨ ਹੈ, ਇੰਨਾ ਜ਼ਿਆਦਾ ਬਿਲਕੁਲ ਕਲੀਅਰ, ਕ੍ਰਿਸਟਲ ਕਲੀਅਰ ਜਿਸ ਨੂੰ ਕਿਹਾ ਜਾਂਦਾ ਕਿ ਉਹ ਹੈ, ਤਾਂ ਫਿਰ ਅਕਾਲੀ ਦਲ ਕਿਉਂ ਨਹੀਂ ਸਮਝਿਆ ਤੇ ਅਕਾਲੀ ਦਲ ਕਿਉਂ ਉੱਥੇ ਨਹੀਂ ਰਿਹਾ? ਖੈਰ ਹਰਸਿਮਰਤ ਕੌਰ ਬਾਦਲ ਕਿਸ ਤਰੀਕੇ ਨਾਲ ਨਿਸ਼ਾਨਾ ਸਾਧ ਰਹੇ ਨੇ ਪ੍ਰਧਾਨ ਮੰਤਰੀ ਦੇ ਉੱਤੇ ਸਿੱਧਾ, ਉਹ ਤੁਹਾਨੂੰ ਸੁਣਾਉਂਦੇ ਆ। ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕੀ ਕੁਝ ਕਿਹਾ। ਜਦ ਮੋਦੀ ਸਾਹਿਬ 2011 ਵਿੱਚ ਮੋਦੀ ਸਾਹਿਬ ਹੁੰਦੇ ਸੀ ਮੁੱਖ ਮੰਤਰੀ ਗੁਜਰਾਤ ਦੇ, ਦਿੱਲੀ ਵਿੱਚ ਸਰਕਾਰ ਹੁੰਦੀ ਸੀ ਸਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਜੀ ਦੀ, ਤੇ ਮੋਦੀ ਸਾਹਿਬ ਨੂੰ 2011 ਵਿੱਚ ਚੇਅਰਮੈਨ ਵਰਕਿੰਗ ਗਰੁੱਪ ਇੱਕ ਚੇਅਰਮੈਨ ਬਣਾਇਆ ਸੀ ਮੁੱਖ ਮੰਤਰੀਆਂ ਦੇ। ਇੱਥੇ ਬਾਦਲ ਸਾਹਿਬ ਨਾਲ ਵੀ ਕਈ ਵਾਰੀ ਮੁਲਾਕਾਤ ਚਰਚਾ ਕਰਦੇ ਰਹਿੰਦੇ ਨੇ। ਬਤੌਰ ਚੇਅਰਮੈਨ ਦਾ ਉਹਨਾਂ ਨੇ ਮਨਮੋਹਨ ਸਿੰਘ ਨੂੰ ਇਸ ਕੰਜ਼ਿਊਮਰ ਅਫੇਅਰ ਦੇ ਵਰਕਿੰਗ ਗਰੁੱਪ ਦਾ ਚੇਅਰਮੈਨ ਹੋਣ ਦੇ ਨਾਤੇ ਸਲਾਹ ਦਿੱਤੀ, ਤੇ ਸਲਾਹ 'ਚ ਕੀ ਲਿਖਿਆ? ਇਨਫੋਰਸ ਐਮਐਸਪੀ, ਮਤਲਬ ਐਮਐਸਪੀ ਨੂੰ ਲਾਜ਼ਮੀ ਕੀਤਾ ਜਾਏ, ਬਲਕਿ ਇਹਦੇ ਵਿੱਚ ਇੱਕ ਕਾਨੂੰਨ ਬਣਾਇਆ ਜਾਏ ਕਿ ਕਿਸੇ ਕਿਸਾਨ ਨੂੰ ਐਮਐਸਪੀ ਤੋਂ ਘੱਟ ਵਿੱਚ ਖਰੀਦ ਨਹੀਂ ਹੋਗੀ। ਇਹ ਮੋਦੀ ਸਾਹਿਬ ਨੇ 2011 ਵਿੱਚ, ਤੇ ਮੋਦੀ ਸਾਹਿਬ ਤੁਸੀਂ ਆਪ ਇਹਦੀ ਵਕਾਲਤ ਕਰਦੇ ਸੀਗੇ, ਲੇਕਿਨ ਮੁੱਖ ਮੰਤਰੀ ਤੋਂ ਪ੍ਰਧਾਨ ਮੰਤਰੀ ਬਣਦੇ ਬੰਦੇ ਉਸ ਰਸਤੇ 'ਚ ਕੀ ਹੋ ਗਿਆ ਕਿ ਅੱਜ ਅਕਾਲੀ ਦਲ ਮੰਗ ਕਰ ਰਿਹਾ ਹੈ ਤੇ ਤੁਸੀਂ ਸਾਡੇ ਕਿਸਾਨਾਂ ਨੂੰ ਵੀ ਕੁਰਬਾਨ ਕਰਤਾ, ਆਪ ਦੀ ਭਾਈਵਾਲੀ ਦਾ ਵੀ ਨਹੀਂ ਸੁਣੀ, ਮੰਤਰੀ ਦੀ ਵੀ ਨਹੀਂ ਸੁਣੀ, 18 ਪਾਰਟੀਆਂ ਦੀ ਵੀ ਨਹੀਂ ਸੁਣ ਰਹੇ। ਜਿਹੜੀ ਚੀਜ਼ ਤੁਸੀਂ ਆਪ ਕਹਿੰਦੇ ਸੀ ਹੋਣੀ ਚਾਹੀਦੀ। ਕਰ ਦੇਖੋ ਪੰਜਾਬ ਦੇ ਸਿਆਸੀ ਸਮੀਕਰਨ ਤਾਂ ਬਹੁਤ ਦਿਲਚਸਪ ਹੋ ਚੁੱਕੇ ਨੇ। ਸਿਆਸੀ ਤੇ ਰਹੇ ਹੁਣ ਬਹੁਤ ਸਾਰੀਆਂ ਹੋ ਗਈਆਂ। ਅਕਾਲੀ ਦਲ ਅਲੱਗ ਹੈ, ਬੀਜੇਪੀ ਅਲੱਗ ਹੈ, ਕਾਂਗਰਸ ਤੇ ਆਮ ਆਦਮੀ ਪਾਰਟੀ ਆਲਰੇਡੀ ਅਲੱਗ ਸੀ। ਤਾਂ ਚਾਰ ਤਾਂ ਮੇਨ ਪਾਰਟੀਆਂ ਇਸ ਸਮੇਂ ਪੰਜਾਬ ਦੇ ਵਿੱਚ ਨਜ਼ਰ ਆਉਂਦੀਆਂ ਨੇ। ਉਸ ਤੋਂ ਬਾਅਦ ਵੀ ਕਈ ਫਰੰਟ ਖੁੱਲੇ ਹੋਏ ਨਜ਼ਰ ਆ ਰਹੇ ਨੇ। ਖੈਰ ਅੱਗੇ ਵਧਦੇ ਹਾਂ ਤੇ ਗੱਲ ਅਸੀਂ ਇਸ ਬਿੱਲਾਂ ਦੇ ਉੱਤੇ ਜੋ ਇਸ ਸਮੇਂ ਪੰਜਾਬ ਦੇ ਵਿੱਚ ਚਰਚਾ ਜਾਰੀ ਹੈ ਉਸ ਦੀ ਕਰਦੇ ਹਾਂ। ਪੰਜਾਬ ਸਰਕਾਰ, ਕੈਪਟਨ ਸਰਕਾਰ ਖੇਤੀ ਕਾਨੂੰਨਾਂ ਦੇ ਮੁੱਦੇ ਦੇ ਉੱਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਜਾ ਰਹੀ ਹੈ। ਕਿਸਾਨਾਂ ਦੇ ਨਾਲ ਮੁਲਾਕਾਤ ਦੇ ਦੌਰਾਨ ਮੁੱਖ ਮੰਤਰੀ ਨੇ ਇਸ ਦੇ ਉੱਤੇ ਹਾਮੀ ਭਰੀ ਤੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਜੋ ਵੀ ਕਾਨੂੰਨੀ ਚਾਰਾਜੋਈ ਹੋਵੇਗੀ ਉਹ ਪੰਜਾਬ ਸਰਕਾਰ ਵੱਲੋਂ ਕੀਤੀ ਜਾਏਗੀ। ਖੇਤੀ ਕਾਨੂੰਨਾਂ ਦੇ ਖਿਲਾਫ ਕੈਪਟਨ ਸਰਕਾਰ ਵੀ ਆਰ-ਪਾਰ ਦੇ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ। ਖੇਤੀ ਕਾਨੂੰਨਾਂ ਖਿਲਾਫ ਰਣਨੀਤੀ ਤਿਆਰ ਕਰਨ ਦੇ ਲਈ ਸੀਐਮ ਦੇ ਵੱਲੋਂ 31 ਕਿਸਾਨ ਜਥੇਬੰਦੀਆਂ ਦੇ ਨਾਲ ਬੈਠਕ ਕੀਤੀ ਗਈ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਵੱਲੋਂ ਆਪੋ ਆਪਣੇ ਸੁਝਾਅ ਦਿੱਤੇ ਗਏ। ਇਸ ਦੇ ਬਾਅਦ ਕੈਪਟਨ ਸਰਕਾਰ ਨੇ ਵੱਡਾ ਫੈਸਲਾ ਲਿਆ। ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਸਰਕਾਰ ਦੇ ਵੱਲੋਂ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ, ਜਿਸ ਤੋਂ ਸਾਫ਼ ਹੈ ਕਿ ਕੈਪਟਨ ਸਰਕਾਰ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਮਤੇ ਪਾਸ ਕਰਨ ਦੀ ਤਿਆਰੀ ਵਿੱਚ ਹੈ। ਵੀ ਸਪੈਸ਼ਲ ਇਜਲਾਸ ਸੱਦ ਕੇ ਇਹ ਜਿਹੜੇ ਆਰਡੀਨੈਂਸ ਹੈ ਇਹਨਾਂ ਨੂੰ ਰੱਦ ਕਰੋ, ਵੀ ਅਸੀਂ ਲਾਗੂ ਨਹੀਂ ਕਰਾਂਗੇ ਪੰਜਾਬ 'ਚ। ਇਹਨਾਂ ਆਰਡੀਨੈਂਸਾਂ ਨੂੰ ਪੰਜਾਬ ਦੇ ਵਿੱਚ ਲਾਗੂ ਨਹੀਂ ਕਰਾਂਗੇ। ਇਹ ਫੈਸਲਾ ਹੋਇਆ। ਉਹ ਕਾਨੂੰਨ ਜੇ ਅਸੈਂਬਲੀਆਂ ਕਰ ਦੇਣ, ਬਹੁਤੀਆਂ ਅਸੈਂਬਲੀਆਂ ਕਰ ਦੇਣ, ਅਸੀਂ ਸ਼ੁਰੂ ਪੰਜਾਬ ਚੋਂ ਕਰਾਂਗੇ, ਬਾਕੀ ਅਸੈਂਬਲੀਆਂ ਤੋਂ ਵੀ ਕਰਵਾਓ। ਨਹੀਂ, ਅਸੀਂ ਮਨਜ਼ੂਰ ਕੀਤਾ ਉਹਨਾਂ ਨੂੰ ਇਜਲਾਸ ਸੱਦਣ ਵਾਸਤੇ। ਬਈ ਦੇਖੋ ਕਿਸਾਨ ਅੰਦੋਲਨ ਵੀ ਅਸੀਂ ਪੰਜਾਬ ਤੋਂ ਸ਼ੁਰੂ ਕੀਤਾ ਤੇ ਜਿਹੜਾ ਅਸੈਂਬਲੀਆਂ ਵਾਲਾ ਅੰਦੋਲਨ ਹੈ ਇਹ ਵੀ ਪੰਜਾਬ ਤੋਂ ਸ਼ੁਰੂ ਕਰਾਂਗੇ। ਉੱਥੇ 31 ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਪੱਧਰ ਤੇ ਬੈਠਕ ਕੀਤੀ ਗਈ। ਇਸ ਦੌਰਾਨ ਅੰਦੋਲਨ ਨੂੰ ਹੋਰ ਤੇਜ਼ ਕਰਨ ਦੇ ਲਈ ਵੱਡਾ ਫੈਸਲਾ ਲਿਆ ਗਿਆ।
ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਨੇ ਆਪਣਾ 331 ਪ੍ਰੋਗਰਾਮ ਜਾਰੀ ਕੀਤਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ 1 ਅਕਤੂਬਰ ਤੋਂ ਅਣਮਿੱਥੇ ਸਮੇਂ ਦੇ ਲਈ ਰੇਲਾਂ ਰੋਕੀਆਂ ਜਾਣਗੀਆਂ। ਬੀਜੇਪੀ ਆਗੂਆਂ ਦੇ ਘਿਰਾਓ ਦਾ ਵੀ ਐਲਾਨ ਕੀਤਾ ਗਿਆ ਤੇ ਪਿੰਡ ਦੀਆਂ ਪੰਚਾਇਤਾਂ ਤੋਂ ਨਵੇਂ ਕਾਨੂੰਨਾਂ ਦੇ ਖਿਲਾਫ ਮਤੇ ਵੀ ਪੁਆਏ ਜਾਣਗੇ। ਪੰਜਾਬ ਸਰਕਾਰ ਨਾਲ ਸਾਡੀ ਪੂਰੀ ਲੜਾਈ ਹੈ, ਜੱਜ ਕੇ ਲੜਾਂਗੇ, ਸਰਦਰਦੀ ਪੰਜਾਬ ਸਰਕਾਰੋਂ। ਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਦੇ ਵਿੱਚ ਹੈ, ਉਹ ਕਾਨੂੰਨ ਲਾਗੂ ਕਰ ਰਹੀ ਹੈ। ਉਹਦਾ ਇਸੇ ਕਰਕੇ 31 ਜਥੇਬੰਦੀਆਂ ਨੇ ਸਮਾਜਿਕ ਬਾਈਕਾਟ ਕੀਤਾ। ਮਤਲਬ ਸਾਰੇ ਲੋਕ ਉਹਨਾਂ ਦਾ ਸਮਾਜਿਕ ਬਾਈਕਾਟ ਕਰਨਗੇ, ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਉਹਨਾਂ ਨੂੰ ਜਿੰਨਾ ਚੱਕਰੇ ਤਿੰਨੇ ਕਾਨੂੰਨ ਵਾਪਸ ਨਹੀਂ ਲੈਂਦੇ। ਕਿਸਾਨ ਜਥੇਬੰਦੀਆਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਵਿੱਚ ਨੇ ਤੇ ਦੂਜੇ ਪਾਸੇ ਕੈਪਟਨ ਸਰਕਾਰ ਨੇ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੇ ਪੱਧਰ ਤੇ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸੇ ਲਈ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫੈਸਲਾ ਲਿਆ ਗਿਆ। ਹੁਣ ਵੇਖਣਾ ਹੋਵੇਗਾ ਕਿ ਵਿਸ਼ੇਸ਼ ਇਜਲਾਸ ਕਿਸਾਨਾਂ ਦੇ ਲਈ ਕਿੰਨਾ ਕਾਰਗਰ ਸਾਬਿਤ ਹੁੰਦਾ ਹੈ। ਚੰਡੀਗੜ੍ਹ ਤੋਂ ਅਰਸ਼ਦੀਪ ਅਰਸ਼ੀ ਦੇ ਨਾਲ ਨਪਿੰਦਰ ਬਰਾੜ, ਨਿਊਜ਼ 18 ਪੰਜਾਬ। ਤਾਂ ਪੰਜਾਬ ਸਰਕਾਰ ਦੇ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਣ ਦੀ ਤਿਆਰੀ ਕਰ ਲਈ ਗਈ ਹੈ, ਪਰ ਦੂਜੇ ਪਾਸੇ ਇਸ ਦੇ ਉੱਤੇ ਸਿਆਸਤ ਵੀ ਸ਼ੁਰੂ ਹੋ ਚੁੱਕੀ ਹੈ। ਸੁਖਬੀਰ ਸਿੰਘ ਬਾਦਲ ਇਸ ਨੂੰ ਸਰਕਾਰ ਦਾ ਡਰਾਮਾ ਕਰਾਰ ਦੇ ਰਹੇ ਨੇ, ਜਦਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਕਹਿ ਰਹੇ ਨੇ ਕਿ ਇਹ ਸਭ ਕੁਝ ਧਿਆਨ ਭਟਕਾਉਣ ਦੇ ਲਈ ਕੀਤਾ ਜਾ ਰਿਹਾ ਹੋਰ ਮੁੱਦਿਆਂ ਤੋਂ। ਕੈਪਟਨ ਨੇ ਪਹਿਲੀ ਗੱਲ ਹੈ ਜਿਹੜਾ ਪੁਰਾਣਾ ਸੈਸ਼ਨ ਹੈ ਜਿੱਥੇ ਇਹਨਾਂ ਨੇ ਪਾਸ ਕੀਤਾ ਸੀ ਕਿ ਐਕਟ ਰੱਦ ਕੀਤੇ ਜਾਣ। ਅਫਸੋਸ ਇਸ ਗੱਲ ਦੀ ਹੈ ਉਹ ਸੈਸ਼ਨ ਦੀ ਪ੍ਰੋਸੀਡਿੰਗ 2 ਮਹੀਨੇ ਹੋ ਗਏ ਸੈਂਟਰ ਨਹੀਂ ਭੇਜੀ। ਪਾਰਲੀਮੈਂਟ ਵੀ ਹੋ ਗਿਆ, ਐਕਟ ਵੀ ਪਾਸ ਹੋ ਗਿਆ, ਪਾਰਲੀਮੈਂਟ ਵੀ ਖਤਮ ਹੋ ਗਿਆ, ਕੈਪਟਨ ਆਪਣੇ ਕੋਲ ਹੀ ਰੱਖੀ ਰੱਖੀ। ਆ ਦੋਗਲੀ ਨੀਤੀ ਹੈ। कांग्रेस हमेशा फूट डालो राज करो की राजनीति पे चली है। अमरिंदर से पंजाब की जनता, जैसे मैंने शुरू में कहा, जो वादे करके उन्होंने सत्ता प्राप्त की थी उसका जवाब मांग रही थी कि कहां है घर घर नौकरी, कहां है नशा मुक्त पंजाब, कहां है माइनिंग पॉलिसी। इन सब चीजों से ध्यान हटाने के लिए ये वो सब कर रहे हैं और मुझे लगता है सफलता प्राप्त नहीं होगी। ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਸਿਆਸਤ ਜਾਰੀ ਹੈ। ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾ ਰਿਹਾ, ਉਸ ਦੇ ਉੱਤੇ ਪਲਟਵਾਰ ਹੋ ਰਿਹਾ, ਪਰ ਇਸ ਸਭ ਦੇ ਵਿਚਾਲੇ ਮੁਲਾਕਾਤਾਂ ਦਾ ਦੌਰ ਵੀ ਜਾਰੀ ਹੈ। ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਪੰਜਾਬੀ ਕਲਾਕਾਰਾਂ ਦੇ ਵਿਚਾਲੇ, ਤੇ ਇਸ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਹੁਣ ਕਿਸਾਨ ਜਥੇਬੰਦੀਆਂ ਅਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਮਿਲ ਕੇ ਅੱਗੇ ਦੀ ਜਿਹੜੀ ਰਣਨੀਤੀ ਉਲੀਕਣਗੇ, ਅੱਗੇ ਦੇ ਸੰਘਰਸ਼ ਕਰਨਗੇ। जी हाँ, इस बाबत 14 मैंबरी एक सांझी कमेटी का गठन भी कर दिता गया जो प्रदर्शनों की रूपरेखा तैयार करेगी। यानी कि उन कलाकार ते किसान इकट्ठे होकर इस पूरे मंच के उत्ते नजर आएंगे। हुण तक वक्-वक् थावां दे उत्ते कलाकार पहुंचे ने। 25 तरीक के धरने प्रदर्शन के इसी जिक्र करिए जो पंजाब बंद सद्या गया सी। शंभू बॉर्डर के उत्ते नाभा दे विच मानसा दे विच पंजाबी कलाकार पहुंचे, उत्थे किसानों को अपनी हमायत दी। एक दिन पहला बटाला दे विच भी तकरीबन 30 तो ज़्यादा पंजाबी गायक कलाकार इकट्ठे हुए सी, उत्थे भी धरना प्रदर्शन किया गया किसानों के हक दे विच। ते एक बार फिर तो किसान जथेबंदियां दे नाल हुण प्रॉपर मीटिंग की गई है ताकि सारे मिल के इको जिहड़ा पूरा प्रोग्राम बना सकन। ते इस मीटिंग तो बाद फैसला होया कि 14 मैंबरी सांझी कमेटी बनाई गई है ते उही हुण अगे पूरी रूपरेखा तय करेगी प्रदर्शनां। 7 ਮੈਂਬਰੀ ਕਮੇਟੀ ਕਲਾਕਾਰਾਂ ਵੱਲੋਂ ਔਰ 7 ਮੈਂਬਰੀ ਕਮੇਟੀ ਜਿਹੜੇ ਸਾਡੇ 31 ਜਥੇਬੰਦੀਆਂ ਹੈਗੀਆਂ ਕਿਸਾਨੀ, ਉਹਨਾਂ ਦੇ ਵੱਲੋਂ 7 ਬੰਦੇ ਜਿਹੜੇ ਹੈਗੇ ਆਗੂ ਚੁਣੇ ਗਏ ਆ। ਸੋ ਉਹ ਆਪਸ ਦੇ ਰਾਬਤਾ ਕਰਕੇ ਸਾਨੂੰ ਅੱਗੇ ਜਿੰਨੇ ਵੀ ਹੋਰ ਕਲਾਕਾਰ ਭਾਈਚਾਰਾ ਜਿੰਨਾ ਵੀ ਸਾਡਾ ਹੈਗਾ, ਅਸੀਂ ਅੱਗੇ ਉਹਨਾਂ ਨੂੰ ਇਨਫੋਰਮੇਸ਼ਨ ਦਾਂਗੇ ਕਿ ਅਗਲੀ ਰਣਨੀਤੀ ਸਾਡੀ ਕੀ ਹੋਊਗੀ। ਸੋ ਇਸ ਅੱਜ ਸਾਰਾ ਸਹਿਮਤੀ ਦੇ ਨਾਲ ਉਹ ਮੇਰੇ ਖਿਆਲ ਚੁਣੇ ਤਾਂ ਨਹੀਂ ਗਏ ਹਾਲੇ ਤੱਕ, ਪਰ ਉਹਦੇ ਬਾਅਦ ਲਿਸਟ ਉਹਨਾਂ ਨੇ ਜਾਰੀ ਕਰਨੀ ਹੈ ਕੌਣ ਕੌਣ ਹੋਊਗਾ। ਬਾਕੀ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿ ਜਿਹੜੇ ਕਲਾਕਾਰ ਹੈਗੇ ਅਸੀਂ ਸਾਰੇ ਇੱਕ ਹੀ ਆ, ਇਹਦੇ ਵਿੱਚ ਕੋਈ 7 ਜਣੇ ਨਹੀਂ ਹੋਣਗੇ ਤੇ 6 ਨਹੀਂ, ਕਿਉਂਕਿ ਅਸੀਂ ਸਾਰੇ ਇੱਕ ਹੀ ਹੈਗੇ ਆ, ਸਾਰੇ ਹੀ ਆਗੂ ਹੈਗੇ ਆ। ਸਿਰਫ ਇਹ ਹੈ ਕਿ ਸਾਨੂੰ ਹੁਕਮ ਕਰਨ ਕਿ ਸਾਡੀ ਕਿੱਥੇ ਲੋੜ ਹੈਗੀ ਆ। ਅਸੀਂ ਇਹਨਾਂ ਜਿੰਨੇ ਵੀ 31 ਜਥੇਬੰਦੀਆਂ ਅਸੀਂ ਇਹਨਾਂ ਦੀ ਆਵਾਜ਼ ਬਣ ਕੇ ਨੌਜਵਾਨਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚਾਵਾਂਗੇ। ਸੋ ਜਦੋਂ ਪੰਜਾਬ ਦੀ ਹੋਂਦ ਦੀ ਗੱਲ ਆ ਜਾਂਦੀ ਆ, ਫਿਰ ਚਾਹੇ ਕਲਾਕਾਰ ਹੋਵੇ, ਐਜੂਕੇਸ਼ਨਿਸਟ ਹੋਣ, ਜਰਨਲਿਜ਼ਮ ਵਾਲੇ ਸਾਡੇ ਬੰਦੇ ਹੋਣ, ਜਾਂ ਸਾਡੇ ਇੰਟੈਲੈਕਚੁਅਲਸ ਹੋਣ, ਸਾਡੇ ਟੀਚਰਸ ਹੋਣ, ਕਿਸਾਨ ਤਾਂ ਹੈ ਹੀ, ਇਹ ਹਰ ਬੰਦੇ ਨੇ ਖੜਾ ਹੋਣਾ। ਇਸੇ ਕਰਕੇ ਇਹਨੂੰ ਇੱਕ ਇਹ ਫੈਸਲਾ ਕੁੰਨ ਲੜਾਈ ਆ, ਇੱਕ ਰੈਵੋਲੂਸ਼ਨ ਆ। ਇਹਦੀ ਸੇਧ ਦਿਸ਼ਾ ਤੇ ਸਾਡੇ ਅੰਦਰ ਵਿਜ਼ਨ ਕੀ ਆ, ਇਹ ਤੈਅ ਕਰੂਗੀ ਵੀ ਅਗਲਾ ਫਿਊਚਰ ਕੀ ਆ ਇਸ ਅੰਦੋਲਨ ਦਾ।
ਤਾਂ ਪੰਜਾਬੀ ਕਲਾਕਾਰਾਂ ਦੇ ਨਾਲ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ। ਬਹੁਤ ਸਾਰੇ ਕਲਾਕਾਰ ਪਹੁੰਚੇ ਹੋਏ ਸੀ, ਰੁਪਿੰਦਰ ਹੱਡਾ, ਦੀਪ ਸਿੰਧੂ, ਸਿੱਪੀ ਗਿੱਲ, ਹੋਰ ਵੀ ਕਈ ਕਲਾਕਾਰ ਉੱਥੇ ਪਹੁੰਚੇ ਹੋਏ ਸੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ ਕੁਝ ਹੋਰ ਖਬਰਾਂ ਦੇ ਨਾਲ। ब्रेक तो बाद एक बार फिर तो तुहाडा स्वागत है। हुण गल करांगे बीजेपी दी। खेती कानूनां नूं लैके बीजेपी निशाने दे उत्ते विरोधी पार्टियां दी भी ते किसानां दी, पर इस सब दे विचाले पंजाब बीजेपी दे प्रधान अश्विनी शर्मा दे वल्लों एक कमेटी दा गठन कर दिता गया। एक 8 मैंबरी कमेटी बना दी गई है जो किसान जथेबंदियां दे नाल उहनां दे नुमाइंदियां दे नाल गलबात करेगी। नवे खेती कानूनां नूं लैके 10 दिन दे विच रिपोर्ट सौंपी जाएगी। सुरजीत जियाणी नूं इस दा मुखी बनाया गया इस पूरी कमेटी दा, जो कि किसानां दे नाल जाके गलबात करनगे ते उहनां दे शंका जिहड़े हैगे ने शंके उहनां नूं दूर करन दी कोशिश की जाएगी। ਤਾਂ खेती कानूनों के उत्ते पंजाब बीजेपी के वल्लों कमेटी का गठन किया गया। किसान जथेबंदियों के नाल चर्चा के लिए 8 मैंबरी कमेटी बनाई गई है। सुरजीत जियाणी सूबे के साबका कैबिनेट मंत्री ने, सेहत मंत्री का जिम्मा सी इन्हां दे कोल, तां इन्हां नूं चेयरमैन बनाया गया इस कमेटी का। खेती कानूनों बारे किसानों के शंके जानेगी यह कमेटी की तुहाडे शंके ने इन्हां नूं दूर करने की कोशिश होएगी, गलबात की जाएगी। 10 दिन अंदर सूबा प्रधान अश्विनी शर्मा नूं रिपोर्ट सौंपी जाएगी इस कमेटी के वल्लों। ਅੱਜ ਇੱਕ ਕਮੇਟੀ ਵੀ ਆਪਣੀ ਬਣਾਈ ਹੈ ਔਰ ਜਿਹਦੇ ਅੰਦਰ ਸਾਡੇ ਸਭ ਲੋਕ, ਤੁਹਾਡੀ ਜਾਣਕਾਰੀ ਚ ਰਹੇ ਕਿ ਜਦੋਂ ਇਹ ਅਧਿਆਦੇਸ਼ ਆਇਆ ਸੀ ਮੈਂ ਕਿਸਾਨਾਂ ਦੇ ਵੱਡੇ ਨੇਤਾਵਾਂ ਦੇ ਘਰ ਜਾ ਕੇ ਉਹਨਾਂ ਨੂੰ ਮਿਲ ਕੇ ਵੀ ਆਇਆ ਸੀ ਔਰ ਉਸ ਵੇਲੇ ਉਹਨਾਂ ਨੇ ਕੇਵਲ ਐਮਐਸਪੀ ਦਾ ਜ਼ਿਕਰ ਕੀਤਾ, ਇਹ ਖਤਮ ਨਹੀਂ ਹੋਣੀ ਚਾਹੀਦੀ, ਮੰਡੀਆਂ ਨਹੀਂ ਖਤਮ ਹੋਣੀ ਚਾਹੀਦੀਆਂ, ਦੋਨੋਂ ਚੀਜ਼ਾਂ ਹੀ ਐਜ਼ ਇਟ ਇਜ਼ ਆ। ਹੁਣ ਇਹ ਨਵੇਂ ਵਾਤਾਵਰਣ ਦੇ ਅੰਦਰ ਰਾਜਨੀਤੀ ਹੋ ਰਹੀ ਹੈ। ਮੈਂ ਅੱਜ ਵੀ ਕਿਸਾਨ ਭਰਾਵਾਂ ਨੂੰ ਕਹਿ ਰਿਹਾ, ਸਾਡੀ ਕਮੇਟੀ ਤੁਹਾਡੇ ਕੋਲ ਆ ਰਹੀ ਹੈ, ਗੱਲ ਕਰੋ। ਅਗਰ ਸਾਡੇ ਨਾਲ ਤੁਹਾਡੀ ਸ਼ੰਕਾ ਦਾ ਨਿਵਾਰਨ ਨਹੀਂ ਹੁੰਦਾ, ਅਸੀਂ ਤੁਹਾਨੂੰ ਖੁੱਲਾ ਨਿਮੰਤਰਣ ਹੈ, ਅਸੀਂ ਦਿੱਲੀ ਦੇ ਅੰਦਰ ਖੇਤੀਬਾੜੀ ਮੰਤਰੀ ਨਾਲ, ਬੇਟਾ ਇੱਕ ਮਿੰਟ, ਖੇਤੀਬਾੜੀ ਮੰਤਰੀ ਜੀ ਨਾਲ, ਪਾਰਟੀ ਦੇ ਅਧਿਕਸ਼ ਨਾਲ ਬਿਠਾ ਸਕਦੇ ਹਾਂ। ਤਾਂ 10 ਦਿਨਾਂ ਦੇ ਵਿੱਚ ਇਹ ਰਿਪੋਰਟ ਦੇਵੇਗੀ। 8 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ ਜੋ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕਰੇਗੀ। ਤੇ ਦੂਜੇ ਪਾਸੇ बीजेपी ਦੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਵਿੱਚ ਇੱਕ ਟਰੈਕਟਰ ਮਾਰਚ ਕੱਢਿਆ ਗਿਆ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਬੀਜੇਪੀ ਕਿਸਾਨ ਮੋਰਚੇ ਦੇ ਵੱਲੋਂ। ਤੇ ਇਸ ਦੇ ਵਿੱਚ ਜ਼ਿਕਰ ਹੀ ਕੀਤਾ ਗਿਆ ਕਿ ਕਿਸਾਨ ਹਿਤੈਸ਼ੀ ਨੇ, ਜਿਹੜੇ ਨਵੇਂ ਕਾਨੂੰਨ ਆਏ ਨੇ ਇਸ ਦੇ ਨਾਲ ਕਿਸਾਨਾਂ ਦਾ ਭਲਾ ਹੋਵੇਗਾ, ਉਹਨਾਂ ਨੂੰ ਆਜ਼ਾਦੀ ਮਿਲੇਗੀ ਆਪਣੀ ਫਸਲ ਨੂੰ ਵੇਚਣ ਦੀ। ਤਾਂ खेती ਕਾਨੂੰਨਾਂ ਨੂੰ ਲੈ ਕੇ ਬੀਜੇਪੀ ਦੀ ਜਾਗਰੂਕਤਾ ਮੁਹਿੰਮ ਵੀ ਜਾਰੀ ਹੈ। ਚੰਡੀਗੜ੍ਹ ਦੇ ਵਿੱਚ ਬੀਜੇਪੀ ਕਿਸਾਨ ਮੋਰਚਾ ਦੇ ਵੱਲੋਂ ਰੈਲੀ ਕੱਢੀ ਗਈ, ਟਰੈਕਟਰ ਰੈਲੀ ਸੀ ਇਹ। ਬੀਜੇਪੀ ਕਿਸਾਨ ਮੋਰਚਾ ਦੇ ਕੌਮੀ ਪ੍ਰਧਾਨ ਰਾਜਕੁਮਾਰ ਚਾਹਰ ਦੇ ਵੱਲੋਂ ਇਹ ਅਗਵਾਈ ਕੀਤੀ ਗਈ ਇਸ ਰੈਲੀ ਦੀ। उन्होंने कहा कि नवे खेती कानून किसान हितैषी ने। अब चंडीगढ़ पहुंचे हो, लगातार प्रोटेस्ट हो रहे हैं इस कानून के खिलाफ, लेकिन आप आज इसके पक्ष में पहुंचे हो। देखिए, ये जो बिल आए हैं किसानों के हित में है। देश के प्रधानमंत्री माननीय नरेंद्र मोदी जी ने किसानों की दशा और दिशा बदलने के लिए ऐतिहासिक बिल लोकसभा के अंदर आए हैं। देश के किसानों को लाभ मिलेगा, देश के किसानों की आय बढ़ेगी, देश का किसान उन्नति के रास्ते पे आगे बढ़ेगा। और आज एक किसानों का एक बड़ा यहाँ समर्थन में कार्यक्रम हुआ है, उनका बहुत बहुत धन्यवाद। देखिए, पंजाब में तो हर तरफ विरोध हो रहा है, सारे किसान सड़कों पर हैं, प्रोटेस्ट हो रहे हैं, यह कानून किसान के हित में नहीं है। देखिए, कुछ लोग भ्रम की स्थिति पैदा कर रहे हैं। कुछ राजनीतिक दल अपने राजनीतिक कारणों से चाहते हैं कि इसमें कुछ भ्रम पैदा हो किसानों के बीच में, लेकिन किसान बड़ी स्वाभिमानी कौम है, वो भोले भाले और सीधे लोग हैं। किसान की कौम बहुत ही स्वाभिमानी होती है और वो लेकिन सच्चाई को जानते हैं और नरेंद्र मोदी जी पर उनको विश्वास है। चार जी, राजनीतिक दल नहीं, किसान खुद सड़कों पर है। पंजाब में आज 31 किसान जथेबंदियां, वो आज एक मीटिंग की उन्होंने, और वो कह रहे हैं कि यह कानून किसान के खिलाफ है। कांग्रेस और अकाली दल की हम बात नहीं करते, लेकिन किसान इसके विरोध में। जो भी किसान संगठन के नेता हैं, उनके मन में अगर कोई भ्रम है, कोई संशय है, तो भारतीय जनता पार्टी उसको दूर करने के लिए तैयार है। उसे दूर करने के लिए तो वो इतना प्रोटेस्ट कर रहे हैं कि हमारे साथ बात नहीं की गई। जब बिल बनाए गए, कानून बनाया गया, तो किसानों का पक्ष क्यों नहीं जाना गया? देश के प्रधानमंत्री माननीय नरेंद्र मोदी जी को जब ये लगा और उन्होंने तय कर लिया कि ये बिल किसानों के हित में है, तो वो बिल लेके आए। अब किसानों में जो भी भ्रम होगा। इत्थे रुक रहे हैं, छोटे ਜਿਹੇ ब्रेक के लिए। ब्रेक तो बाद वापस आवांगे कुछ और खबरां।